ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਇੱਕ ਜੋਗੀ ਰਹਿੰਦਾ ਸੀ। ਉਸ ਨੇ ਬਚਪਨ ਤੋਂ ਲੈ ਕੇ ਲਗਾਤਾਰ ਕਈ ਸਾਲ ਘੋਰ ਤਪੱਸਿਆ ਕੀਤੀ। ਉਸ ਦਾ ਉਸਨੂੰ ਇਹ ਫਲ ਮਿਲਿਆ ਕਿ ਉਸਨੂੰ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਗਈਆਂ। ਉਹਨਾਂ ਰਿੱਧੀਆਂ ਸਿੱਧੀਆਂ ਕਰਕੇ ਉਸ ਜੋਗੀ ਦੀ ਲੋਕਾਂ ਵਿੱਚ ਬੜੀ ਮਾਨਤਾ ਹੋ ਗਈ, ਪਰੰਤੂ ਉਸ ਦੇ ਮਨ ਵਿੱਚ ਸ਼ਾਂਤੀ ਨਾ ਆਈ, ਨਾ ਹੀ ਉਸਨੂੰ ਬ੍ਰਹਮ ਗਿਆਨ ਪ੍ਰਾਪਤ ਹੋਇਆ। ਇੱਕ ਦਿਨ ਉਸਨੇ ਮਨ ਵਿੱਚ ਵਿਚਾਰਿਆ ਕਿ ਇਹ ਰਿੱਧੀਆਂ ਸਿੱਧੀਆਂ ਤਾਂ ਲੌਕਿਕ ਵਿਵਹਾਰ ਹੈ, ਇਸ ਕਰਕੇ ਜਨਮ ਮਰਨ ਬਣਿਆ ਰਹਿੰਦਾ ਹੈ। ਹੁਣ ਜਨਮ ਮਰਨ ਦੀ ਨਿਵਰਤੀ ਦਾ ਕੋਈ ਉਪਾਅ ਸੋਚਣਾ ਚਾਹੀਦਾ ਹੈ। ਆਪਣੇ ਮਨ ਦੇ ਵਿਚਾਰ ਦੁਆਰਾ ਹੀ ਫਿਰ ਉਹ ਸਾਧਨ ਕਰਨ ਲੱਗ ਪਿਆ ਤੇ ਕਈਆਂ ਦੇ ਪਾਸ ਵੀ ਗਿਆ, ਪਰ ਉਸ ਦੀ ਤਸੱਲੀ ਨਾ ਹੋਈ। ਜਦ ਉਸਨੇ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦੀ ਮਹਿਮਾ ਸੁਣੀ ਤਾਂ ਸ਼੍ਰੀ ਗੋਇੰਦਵਾਲ ਸਾਹਿਬ ਆ ਕੇ ਹਜ਼ੂਰ ਦੇ ਚਰਨ ਫੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਮੈਂ ਜੰਗਲਾਂ ਵਿੱਚ ਰਹਿ ਕੇ ਕਠਿਨ ਤੋਂ ਕਠਿਨ ਸਾਧਨ ਵੀ ਕੀਤੇ ਹਨ, ਪਰ ਅੱਜ ਤੱਕ ਨਾ ਹੀ ਆਨੰਦ ਅਤੇ ਨਾ ਹੀ ਮੈਨੂੰ ਬ੍ਰਹਮ ਗਿਆਨ ਪ੍ਰਾਪਤ ਹੋਇਆ ਹੈ। ਸੋ ਆਪ ਐਸੀ ਕਿਰਪਾ ਕਰੋ ਜੋ ਮੈਨੂੰ ਬ੍ਰਹਮ ਗਿਆਨ ਪ੍ਰਾਪਤ ਹੋ ਜਾਏ ਤੇ ਮੇਰਾ ਜਨਮ ਮਰਨ ਮਿਟ ਜਾਏ। ਸੱਚੇ ਪਾਤਸ਼ਾਹ ਨੇ ਫਰਮਾਇਆ, ਹੇ ਜੋਗੀ, ਤੇਰਾ ਕੋਈ ਪ੍ਰਾਲਬਧ ਕਰਮ ਐਸਾ ਹੈ ਜਿਸ ਨੇ ਤੈਨੂੰ ਇੱਕ ਹੋਰ ਜਨਮ ਦੇਣਾ ਹੈ। ਉਹ ਜਿਸ ਵੇਲੇ ਹੋ ਜਾਏਗਾ ਫਿਰ ਤੈਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਏਗੀ। ਇਸ ਜਨਮ ਵਿੱਚ ਤੈਨੂੰ ਬ੍ਰਹਮ ਗਿਆਨ ਨਹੀਂ ਹੋਵੇਗਾ, ਕਿਉਂਕਿ ਜੇ ਪਹਿਲਾਂ ਹੀ ਬ੍ਰਹਮ ਗਿਆਨ ਹੋ ਜਾਏ ਤਾਂ ਫਿਰ ਤੂੰ ਜਨਮ ਨਹੀਂ ਪਾ ਸਕਦਾ। ਇਹ ਵੇਦਾਂ ਦਾ ਨਿਯਮ ਹੈ। ਸਾਧ ਸੰਗਤ ਜੀ, ਬ੍ਰਹਮ ਗਿਆਨੀ ਦੇ ਜੋ ਸੰਚਿਤ ਕਰਮ ਹੁੰਦੇ ਹਨ ਉਹ ਗਿਆਨ ਦੁਆਰਾ ਨਾਸ ਹੋ ਜਾਂਦੇ ਹਨ ਤੇ ਕਿਰਮਾਨ ਕਰਮਾਂ ਦਾ ਫਲ ਹੁੰਦਾ ਨਹੀਂ, ਅਤੇ ਪ੍ਰਾਲਬਧ ਕਰਮਾਂ ਦਾ ਫਲ ਭੁਗਤ ਜਾਣ ਤੇ ਨਾਸ ਹੋ ਜਾਂਦੇ ਹਨ। ਜਿਵੇਂ ਵਾਸੁਦੇਵ ਜੀ ਨੇ ਵੀ ਸ਼੍ਰਵਣ ਆਦਿਕ ਅਨੇਕ ਸਾਧਨ ਜਿਸ ਸਰੀਰ ਵਿੱਚ ਕੀਤੇ ਸਨ, ਉਸ ਸਰੀਰ ਵਿੱਚ ਉਹਨਾਂ ਨੂੰ ਬ੍ਰਹਮ ਗਿਆਨ ਨਹੀਂ ਹੋਇਆ, ਕਿਉਂਕਿ ਪ੍ਰਾਲਬਧ ਦੇ ਅਨੁਸਾਰ ਉਹਨਾਂ ਦਾ ਇੱਕ ਸਰੀਰ ਹੋਰ ਰਹਿੰਦਾ ਸੀ। ਜਦ ਉਹਨਾਂ ਦਾ ਦੂਸਰਾ ਸਰੀਰ ਹੋਇਆ ਤਾਂ ਪੂਰਬਲੇ ਕੀਤੇ ਹੋਏ ਸ਼੍ਰਵਣ ਆਦਿਕ ਸਾਧਨਾਂ ਦੇ ਬਲ ਨਾਲ ਉਹਨਾਂ ਨੂੰ ਸ਼ੀਘਰ ਹੀ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ। ਸੋ ਇਸ ਪ੍ਰਕਾਰ ਗੁਰੂ ਜੀ ਨੇ ਫਰਮਾਇਆ ਕਿ ਜੋ ਈਸ਼ਵਰ ਇੱਛਾ ਹੋ ਚੁੱਕੀ ਹੈ ਉਹ ਪਹਿਲਾਂ ਪੂਰੀ ਹੋ ਲਵੇ, ਫਿਰ ਤੈਨੂੰ ਬ੍ਰਹਮ ਗਿਆਨ ਹੋਏਗਾ। ਗੁਰੂ ਜੀ ਦੇ ਇਹ ਬਚਨ ਸੁਣ ਕੇ ਜੋਗੀ ਨੇ ਕਿਹਾ, ਦੂਜੇ ਜਨਮ ਵਿੱਚ ਆਪ ਜੀ ਦਾ ਮਿਲਾਪ ਕਿਵੇਂ ਹੋਵੇਗਾ? ਗੁਰੂ ਜੀ ਨੇ ਕਿਹਾ, ਤੂੰ ਫਿਕਰ ਨਾ ਕਰ, ਤੇਰਾ ਦੂਜਾ ਜਨਮ ਸਾਡੇ ਘਰ ਵਿੱਚ ਹੀ ਹੋਵੇਗਾ। ਜੋਗੀ ਆਗਿਆ ਲੈ ਕੇ ਚਲਾ ਗਿਆ, ਪਰ ਮਨ ਉਸ ਦਾ ਗੁਰੂ ਜੀ ਦੇ ਚਰਨਾਂ ਵਿੱਚ ਹੀ ਰਿਹਾ। ਉਹ ਜੋਗੀ ਸਮੇਂ ਅਨੁਸਾਰ ਉਮਰ ਭੋਗ ਕੇ ਚੜ੍ਹਾਈ ਕਰ ਗਿਆ। ਫਿਰ ਜਿਸ ਵੇਲੇ ਸ਼ੁਭ ਵਾਸਨਾ ਅਨੁਸਾਰ ਗੁਰੂ ਅਮਰਦਾਸ ਜੀ ਦੇ ਘਰ ਬਾਬਾ ਮੋਹਰੀ ਜੀ ਦੇ ਗ੍ਰਹਿ ਵਿਖੇ ਆ ਕੇ ਜਨਮਿਆ ਤੇ ਗੁਰੂ ਜੀ ਨੇ ਆਪਣੇ ਕੰਨੀ ਸੁਣਿਆ ਤਾਂ ਉਸੇ ਵੇਲੇ ਲੋਕਾਂ ਨੇ ਵੀ ਆ ਕੇ ਵਧਾਈਆਂ ਦਿੱਤੀਆਂ ਤੇ ਕਿਹਾ, ਮਹਾਰਾਜ ਜੀ, ਇਸ ਵੇਲੇ ਆਪ ਜੀ ਨੂੰ ਤਾਂ ਬਹੁਤ ਆਨੰਦ ਹੈ। ਪੋਤਰੇ ਦੀ ਖੁਸ਼ੀ ਵਿੱਚ ਸ਼੍ਰੀ ਗੁਰੂ ਅਮਰਦਾਸ ਜੀ ਨੇ ਫਰਮਾਇਆ, ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆ ਵਾਧਾਈਆਂ। ਹੇ ਮੇਰੇ ਭਾਈ, ਮੈਨੂੰ ਆਨੰਦ ਤਾਂ ਉਸੇ ਦਿਨ ਤੋਂ ਪ੍ਰਾਪਤ ਹੋਇਆ ਹੈ ਜਿਸ ਦਿਨ ਦਾ ਮੈਨੂੰ ਸਤਿਗੁਰੂ ਅੰਗਦ ਦੇਵ ਜੀ ਪਾਸੋਂ ਉਪਦੇਸ਼ ਹੋਇਆ ਹੈ, ਜਾਂ ਕਹਿ ਲਓ ਸਤਿਗੁਰੂ ਅੰਗਦ ਦੇਵ ਜੀ ਦਾ ਦਰਸ਼ਨ ਪਾਇਆ ਹੈ। ਜਦ ਸਹਿਜ ਸੇਤੀ ਗਿਆਨ ਸੰਯੁਕਤ ਸਤਿਗੁਰਾਂ ਨੂੰ ਪਾਇਆ ਤਾਂ ਮੇਰੇ ਮਨ ਵਿੱਚ ਆਨੰਦ ਦੀਆਂ ਵਧਾਈਆਂ ਵੱਜੀਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋਂ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਰਤਨ ਰੂਪ ਜੋ ਰਾਗ ਹਨ, ਪਰਵਾਰ ਜੋ ਰਾਗਾਂ ਦੇ ਪੁੱਤਰ ਹਨ, ਪਰੀਆਂ ਰਾਗਾਂ ਦੀਆਂ ਇਸਤਰੀਆਂ, ਇਹ ਸਭ ਸ਼ਬਦ ਗਾਉਣ ਆਈਆਂ ਹਨ। ਅਰਥਾਤ ਰਾਗ ਪ੍ਰੇਮ ਨੂੰ ਕਿਹਾ ਗਿਆ ਹੈ, ਰਤਨ ਵੈਰਾਗ ਨੂੰ ਕਿਹਾ ਗਿਆ ਹੈ, ਪਰਵਾਰ ਸਤ ਸੰਤੋਖ ਧੀਰਜ ਧਰਮ ਵਿਚਾਰ ਨੂੰ ਕਿਹਾ ਗਿਆ ਹੈ, ਤੇ ਪਰੀਆਂ ਕਰੁਣਾ ਮੈਤਰੀ ਮੁੱਦਤਾ ਇਹ ਸਭ ਮੈਨੂੰ ਪ੍ਰਾਪਤ ਹੋ ਗਈਆਂ ਹਨ।
ਸਿਰਫ ਇੱਕ ਗੁਰਾਂ ਦੇ ਸ਼ਬਦ ਗਾਉਣ ਕਰਕੇ। ਜਿਨ੍ਹਾਂ ਗੁਰਮੁਖਾਂ ਨੇ ਆਪਣੇ ਮਨ ਵਿੱਚ ਵਸਾਇਆ ਹੈ, ਉਹਨਾਂ ਦੁਆਰੇ ਤੁਸੀਂ ਵੀ ਹਰੀ ਦੀ ਪ੍ਰਾਪਤੀ ਦਾ ਸ਼ਬਦ ਗਾਉਣਾ ਕਰੋ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਗੁਰੂ ਜੀ ਆਖਦੇ ਹਨ, ਮੈਨੂੰ ਉਸ ਦਿਨ ਦਾ ਆਨੰਦ ਪ੍ਰਾਪਤ ਹੋਇਆ ਹੈ ਜਿਸ ਦਿਨ ਦਾ ਮੈਂ ਸਤਿਗੁਰੂ ਅੰਗਦ ਦੇਵ ਜੀ ਨੂੰ ਪਾਉਣਾ ਕੀਤਾ ਹੈ, ਅਰਥਾਤ ਜਿਸ ਦਿਨ ਦਾ ਮੈਨੂੰ ਸਤਿਗੁਰਾਂ ਪਾਸੋਂ ਉਪਦੇਸ਼ ਹੋਇਆ ਹੈ। ਅਗਲੀ ਪੰਕਤੀ ਵਿੱਚ ਗੁਰੂ ਜੀ ਫਰਮਾਉਂਦੇ ਹਨ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਹੋ ਕਰੇ ਤੇਰਾ, ਕਾਰਜ ਸਭ ਸਵਾਰਨਾ, ਸਭਨਾ ਗਲਾ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਹੇ ਮੇਰੇ ਮਨ, ਤੂੰ ਸਦੀਵ ਕਾਲ ਹਰੀ ਦੇ ਨਾਲ ਰਹਿਣਾ ਕਰ, ਤੂੰ ਉਸ ਹਰੀ ਦੇ ਨਾਲ ਰਹਿਣਾ ਕਰ ਜੋ ਹਰੀ ਸਭ ਦੁੱਖਾਂ ਦੇ ਵਿਸਾਰਨ ਵਾਲਾ ਹੈ। ਫਿਰ ਪ੍ਰਸ਼ਨ ਕਰਦੇ ਹਨ, ਉਸ ਨਾਲ ਰਹਿਣ ਦਾ ਕੀ ਫਲ ਹੈ? ਤੇ ਉੱਤਰ ਦਿੰਦੇ ਹਨ, ਉਹ ਹਰੀ ਇੱਕ ਤਾਂ ਤੇਰਾ ਅੰਗੀਕਾਰ ਯਾਨੀ ਕਿ ਤੇਰਾ ਪੱਖ ਕਰੇਗਾ, ਪੁਨ੍ਹਾ ਤੇਰੇ ਸਾਰੇ ਕੰਮਾਂ ਨੂੰ ਸੁਆਰਨਾ ਕਰੇਗਾ। ਜੋ ਸਵਾਮੀ ਸਾਰੀਆਂ ਗੱਲਾਂ ਕਰਨ ਨੂੰ ਸਮਰੱਥ ਹੈ, ਉਸ ਨੂੰ ਮਨ ਚੋਂ ਕਿਸ ਵਾਸਤੇ ਵਿਸਾਰਨਾ ਹੈ? ਗੁਰੂ ਜੀ ਆਖਦੇ ਹਨ, ਹੇ ਮੇਰੇ ਮਨ, ਤੂੰ ਸਦੀਵ ਕਾਲ ਹਰੀ ਨਾਲ ਰਹਿਣਾ ਕਰ। ਇਸ ਤਰ੍ਹਾਂ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਨੇ ਪਹਿਲੀ ਪੌੜੀ ਤੋਂ ਲੈ ਕੇ 38ਵੀਂ ਪੌੜੀ ਤੱਕ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਸ਼੍ਰੀ ਆਨੰਦ ਸਾਹਿਬ ਦਾ ਪਾਠ ਉਚਾਰਨ ਕੀਤਾ। 38ਵੀਂ ਪੌੜੀ ਵਿੱਚ ਗੁਰੂ ਜੀ ਫਰਮਾਉਂਦੇ ਹਨ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪੌਣ 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ, ਗੁਰਦੁਆਰਾ ਲਾਏ ਭਾਵਨੀ, ਇਕਨਾ 10ਵਾਂ ਦੁਆਰ ਦਿਖਾਇਆ, ਤਹ ਅਨੇਕ ਰੂਪ ਨਾਉ ਨਵ ਨਿਧ, ਤਿਸ ਦਾ ਅੰਤ ਨਾ ਜਾਈ ਪਾਇਆ, ਕਹਿ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਇੱਥੋਂ ਤੱਕ ਸ਼੍ਰੀ ਗੁਰੂ ਅਮਰਦਾਸ ਜੀ ਨੇ 38 ਪੌੜੀਆਂ ਜੋਗੀ ਦੇ ਪ੍ਰਥਾਏ ਉਚਾਰ ਕੇ ਆਨੰਦ ਕਰ ਦਿੱਤਾ। ਫਿਰ ਭਾਈ ਬੱਲੂ ਦੇ ਹਾਥੀ ਘਰ ਭੇਜ ਦਿੱਤਾ। ਜਿਸ ਵੇਲੇ ਬਾਲਕ ਨੂੰ ਘਰ ਦੇ ਕੇ ਬੱਲੂ ਵਾਪਸ ਆਇਆ ਤਾਂ ਹਜ਼ੂਰ ਨੇ ਇਸ ਬਾਣੀ ਦਾ ਮਹਾਤਮ ਸੁਣਾਇਆ। ਫਿਰ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਸ਼੍ਰੀ ਆਨੰਦ ਸਾਹਿਬ ਜੀ ਦੇ ਮਹਾਤਮ ਦੀ 39ਵੀਂ ਪੌੜੀ ਉਚਾਰਨ ਕੀਤੀ। ਇਹੋ ਸਾਚਾ ਸੋਹਿਲਾ, ਸਾਚਾ ਘਰ ਗਾਵਹੋ, ਗਾਵਹੋ ਤਾਂ ਸੋਹਿਲਾ ਘਰ ਸਾਚਾ, ਜਿੱਥੈ ਸਦਾ ਸੱਚ ਧਿਆਵਹਿ। ਹੇ ਭਾਈ, ਇਹ ਜੋ ਸੱਚਾ ਸੋਹਿਲਾ ਆਨੰਦ ਸਾਹਿਬ ਹੈ, ਸੋਹਿਲਾ ਦਾ ਮਤਲਬ ਜਸ ਰੂਪ, ਇਸ ਨੂੰ ਸੱਚੇ ਸਤਸੰਗ ਰੂਪ ਘਰ ਵਿੱਚ ਬੈਠ ਕੇ ਗਾਉਣਾ ਕਰੋ। ਸੱਚੇ ਘਰ ਸਤਸੰਗ ਵਿੱਚ ਬੈਠ ਕੇ ਇਸ ਆਨੰਦ ਸਾਹਿਬ ਨੂੰ ਗਾਓ, ਜਿਸ ਸਤਸੰਗ ਘਰ ਵਿੱਚ ਗੁਰਮੁਖ ਜਨ ਸਦੀਵ ਕਾਲ ਸੱਚੇ ਪਰਮੇਸ਼ਰ ਨੂੰ ਧਿਆਉਂਦੇ ਹਨ। ਸੱਚੋ ਧਿਆਵਹਿ ਜਾ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵੇ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵੇ। ਕਹੈ ਨਾਨਕ ਸੱਚ ਸੋਹਿਲਾ, ਸੱਚਾ ਘਰ ਗਾਵਹਿ। ਹੇ ਪਰਮਾਤਮਾ, ਜੋ ਤੇਰੇ ਸੱਚ ਸਰੂਪ ਨੂੰ ਧਿਆਉਂਦੇ ਹਨ, ਅਸਲੀ ਗੁਰਮੁਖ ਉਹੀ ਹਨ ਜਿਨ੍ਹਾਂ ਨੂੰ ਤੂੰ ਸਮਝਾ ਦਿੰਦਾ ਹੈ। ਗੁਰਦੁਆਰੇ ਵਿੱਚ ਜਿਨ੍ਹਾਂ ਨੂੰ ਤੂੰ ਸਮਝਾ ਦਿੰਦਾ ਹੈ ਉਹੀ ਸਮਝਦੇ ਹਨ। ਪਰਮਾਤਮਾ ਸਾਰਿਆਂ ਦਾ ਮਾਲਕ ਹੈ, ਜਿਸ ਨੂੰ ਆਨੰਦ ਸਾਹਿਬ ਜੀ ਦੇ ਪੜ੍ਹਨ ਦਾ ਉਦਮ ਬਖਸ਼ਦਾ ਹੈ ਉਹੀ ਪਾਉਂਦਾ ਹੈ। ਗੁਰੂ ਜੀ ਆਖਦੇ ਹਨ, ਇਹ ਜੋ ਸੱਚਾ ਸੋਹਿਲਾ ਆਨੰਦ ਸਾਹਿਬ ਹੈ, ਇਸ ਨੂੰ ਸਤਸੰਗ ਘਰ ਵਿੱਚ ਬੈਠ ਕੇ ਗਾਓ। ਹੁਣ ਅੱਗੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਸ੍ਰੀ ਆਨੰਦ ਸਾਹਿਬ ਜੀ ਦੇ ਮਹਾਤਮ ਦੀ 40ਵੀਂ ਪੌੜੀ ਉਚਾਰ ਕੇ ਸ੍ਰੀ ਆਨੰਦ ਸਾਹਿਬ ਦੀ ਸਮਾਪਤੀ ਕਰਦੇ ਹਨ। ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਹੇ ਵੱਡੇ ਭਾਗਾਂ ਵਾਲਿਓ, ਤੁਸੀਂ ਆਨੰਦਨਾਮੇ ਬਾਣੀ ਨੂੰ ਸੁਣੋ ਤਾਂ ਤੁਹਾਡੇ ਸਾਰੇ ਮਨੋਰਥ ਸੰਕਲਪ ਪੂਰੇ ਹੋ ਜਾਣਗੇ। ਜਿਨ੍ਹਾਂ ਨੇ ਇਸ ਬਾਣੀ ਨੂੰ ਸੁਣਿਆ ਹੈ, ਉਹਨਾਂ ਨੇ ਪ੍ਰਭੂ ਨੂੰ ਪਾਇਆ ਹੈ ਅਤੇ ਉਹਨਾਂ ਦੇ ਸਾਰੇ ਝੌਰੇ ਉਤਰ ਗਏ ਹਨ। ਜਿਨ੍ਹਾਂ ਨੇ ਇਹ ਸੱਚੀ ਆਨੰਦ ਸਾਹਿਬ ਦੀ ਬਾਣੀ ਸੁਣੀ ਹੈ, ਉਹਨਾਂ ਦੇ ਜਨਮ ਮਰਨ ਦੇ ਰੋਗ ਅਤੇ ਸਰੀਰਾਂ ਦੇ ਰੋਗ ਤੇ ਮਨ ਦੇ ਸੰਤਾਪ ਸਭ ਉਤਰ ਗਏ ਹਨ।
ਪੂਰਿਆਂ ਗੁਰਾਂ ਤੋਂ ਜਦ ਅਸੀਂ ਇਸ ਬਾਣੀ ਦੀ ਮਹਿਮਾ ਜਾਣੀ ਤਾਂ ਸੱਜਣ ਜੋ ਸੰਤ ਹਨ ਉਹਨਾਂ ਦੇ ਹਿਰਦੇ ਆਨੰਦ ਸਹਿਤ ਹੋ ਗਏ। ਸਾਧ ਸੰਗਤ ਜੀ, ਇੱਥੇ ਸਰਸੇ ਦਾ ਅਰਥ ਹੈ ਆਨੰਦ ਸਹਿਤ। ਇਸ ਬਾਣੀ ਦੇ ਸੁਣਨ ਵਾਲੇ ਪਵਿੱਤਰ ਹਨ ਤੇ ਕਹਿਣ ਵਾਲੇ ਵੀ ਪਵਿੱਤਰ ਹਨ, ਕਿਉਂਕਿ ਇਸ ਬਾਣੀ ਵਿੱਚ ਸਤਿਗੁਰਾਂ ਦਾ ਜਸ ਭਰਪੂਰ ਹੋ ਰਿਹਾ ਹੈ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਗੁਰੂ ਜੀ ਆਖਦੇ ਹਨ, ਜਦ ਦੇ ਅਸੀਂ ਗੁਰਾਂ ਦੇ ਚਰਨਾਂ ਨਾਲ ਲੱਗੇ ਹਾਂ ਤਦ ਦੇ ਅਨਹਦ ਵਾਜੇ, ਯਾਨੀ ਕਿ ਇੱਕ ਰਸ ਜਸ ਰੂਪ ਤੂਰੇ ਵਾਜੇ ਆਏ ਹਨ। ਤੁਸੀਂ ਵੀ ਗੁਰਾਂ ਦੇ ਚਰਨਾਂ ਨਾਲ ਲੱਗ ਕੇ ਇਸ ਬਾਣੀ ਨੂੰ ਸੁਣ ਕੇ ਨਾਮ ਜਪੋ, ਫਿਰ ਤੁਹਾਡੇ ਵੀ ਜਸ ਰੂਪ ਵਾਜੇ ਵੱਜਣਗੇ। ਵਾਕਿਆ ਹੀ ਇਹ ਬਾਣੀ ਆਨੰਦ ਸਰੂਪ ਹੈ। ਇਸ ਦਾ ਨਾਮ ਆਨੰਦ ਹੈ ਤੇ ਸੰਗਤ ਨੂੰ ਆਨੰਦ ਹੀ ਦੇਣ ਵਾਲੀ ਹੈ। ਮੰਨਣ ਕਰਨ ਵਾਲਿਆਂ ਨੂੰ ਭਗਤੀ ਤੇ ਵੈਰਾਗ ਦੇਣ ਵਾਲੀ ਹੈ। ਨਿਧਿਆਸਨ ਕਰਨ ਵਾਲਿਆਂ ਨੂੰ ਮੁਕਤੀ ਤੇ ਗੋਬਿੰਦ ਦੀ ਪ੍ਰਾਪਤੀ ਕਰਨ ਵਾਲੀ ਹੈ। ਜਿਸ ਉੱਤੇ ਸ੍ਰੀ ਗੁਰੂ ਅਮਰਦਾਸ ਜੀ ਦੀ ਪ੍ਰਸੰਨਤਾ ਹੁੰਦੀ ਹੈ ਉਸ ਨੂੰ ਦੁੱਖ, ਭੁੱਖ, ਚਿੰਤਾ ਵਗੈਰਾ ਦਾ ਕੋਈ ਲੇਪ ਨਹੀਂ ਹੁੰਦਾ ਅਤੇ ਉਸ ਅੱਗੇ ਹਜ਼ਾਰਾਂ ਪਦਾਰਥ ਆਪੇ ਹੀ ਤੁਰੇ ਆਉਂਦੇ ਹਨ। ਸੋ ਸਾਧ ਸੰਗਤ ਜੀ, ਇਹ ਸੀ ਸ੍ਰੀ ਆਨੰਦ ਸਾਹਿਬ ਜੀ ਦੇ ਪਾਠ ਦਾ ਮਹਾਤਮ। ਪਿਛਲੇ ਦਿਨੀ ਗਿਆਨੀ ਜਗਤਾਰ ਸਿੰਘ ਜੀ, ਜਿਹੜੇ ਕਿ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਹਨ, ਉਹਨਾਂ ਨੇ ਆਪਣੀ ਕਥਾ ਦੌਰਾਨ ਇਹ ਗੱਲ ਆਖੀ ਸੀ ਕਿ ਆਨੰਦ ਸਾਹਿਬ ਦੀਆਂ 38 ਪੌੜੀਆਂ ਧੰਨ ਸ੍ਰੀ ਗੁਰੂ ਅਮਰਦਾਸ ਜੀ ਨੇ ਉਚਾਰੀਆਂ ਹਨ ਤੇ 39ਵੀਂ ਪੌੜੀ ਧੰਨ ਸ੍ਰੀ ਗੁਰੂ ਰਾਮਦਾਸ ਜੀ ਨੇ ਤੇ 40ਵੀਂ ਪੌੜੀ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਉਚਾਰੀ ਹੈ, ਜਿਹੜਾ ਕਿ ਬਿਲਕੁਲ ਸੱਤ ਹੈ। ਕੁਝ ਅਣਜਾਣ ਲੋਕ ਜਿਨ੍ਹਾਂ ਨੇ ਕਦੇ ਸਿੱਖ ਇਤਿਹਾਸ ਨਹੀਂ ਪੜ੍ਹਿਆ, ਉਹ ਇਸ ਉੱਤੇ ਸ਼ੰਕਾ ਕਰ ਰਹੇ ਹਨ। ਉਹਨਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਇਤਿਹਾਸ ਪੜ੍ਹਨਾ ਚਾਹੀਦਾ ਹੈ। ਵੈਸੇ ਵੀ ਸਾਧ ਸੰਗਤ ਜੀ, ਪਹਿਲੇ ਗੁਰੂ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਇੱਕੋ ਹੀ ਜੋਤ ਕੰਮ ਕਰ ਰਹੀ ਹੈ। 10 ਗੁਰੂਆਂ ਵਿੱਚ ਕੋਈ ਫਰਕ ਨਹੀਂ ਹੈ। ਇਸ ਲਈ ਭਾਵੇਂ ਤੀਸਰੇ ਪਾਤਸ਼ਾਹ ਬਾਣੀ ਉਚਾਰਨ, ਭਾਵੇਂ ਚੌਥੇ, ਭਾਵੇਂ 5ਵੇਂ ਪਾਤਸ਼ਾਹ ਉਚਾਰਨ, ਗੱਲ ਤਾਂ ਇੱਕੋ ਹੀ ਹੈ। ਸੋ ਦਾਸ ਦੁਆਰਾ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।